ਅੱਜ ਅਸੀਂ ਪਹੁੰਚੇ ਹਾਂ ਪਿੰਡ ਰੋਡੇ ਖੁਰਦ ਵਿਖੇ। ਬਲਕਰਨ ਸਿੰਘ ਜੀ, ਤੁਸੀਂ ਜੋ ਪ੍ਰੋਗਰਾਮ ਕਰ ਰਹੇ ਹੋ, ਅੱਜ ਜੋ ਤੁਸੀਂ ਮੀਟਿੰਗ ਕੀਤੀ ਹੈ, ਇਹ ਕਿਸ ਦੇ ਸੰਬੰਧ ਦੇ ਵਿੱਚ ਕੀਤੀ ਹੈ ਤੇ ਇਸ ਦਾ ਕੀ ਏਜੰਡਾ ਹੋਊਗਾ, ਕੀ ਇਸ ਦਾ ਵੀ ਅੱਗੇ ਕਾਰਵਾਈ ਕਰ ਰਹੇ ਹੋ? ਅਸੀਂ ਬਲਾਕ ਦੀ ਮੀਟਿੰਗ ਕੀਤੀ ਆ। ਜੋ ਲਿਪੀ ਸਕੈਨ ਦੀ ਬਿਮਾਰੀ ਚੱਲ ਰਹੀ ਆ ਸਾਰੇ ਹੀ ਪੰਜਾਬ ਦੇ ਵਿੱਚ, ਖਾਸ ਕਰਕੇ ਜੋ ਗਾਵਾਂ ਨੂੰ ਫੈਲੀ ਹੋਈ ਆ, ਘਰ ਘਰ ਗਾਵਾਂ ਦਾ ਨੁਕਸਾਨ ਹੋਇਆ, ਪਸ਼ੂ ਮਰੇ ਨੇ, ਬਿਮਾਰ ਪਏ ਨੇ। ਉਹਦੇ ਤੋਂ ਪਹਿਲਾਂ ਵੀ ਸਰਕਾਰ ਤੋਂ ਮੰਗ ਕਰੀ ਸੀ ਅਸੀਂ ਕਿ ਜਿਹੜਾ ਹੈਗਾ ਨੁਕਸਾਨੇ ਪਸ਼ੂਆਂ ਦਾ ਮੁਆਵਜ਼ਾ ਦੇਵੇ ਸਰਕਾਰ, ਉਹਦਾ ਨੱਪਣ ਦਾ ਕੋਈ ਪ੍ਰਬੰਧ ਕਰੇ ਤੇ ਦਵਾਈਆਂ ਦਾ ਪ੍ਰਬੰਧ ਕਰੇ, ਪਰ ਸਰਕਾਰ ਨੇ ਹਜੇ ਤੱਕ ਕੋਈ ਪ੍ਰਬੰਧ ਕਰਕੇ ਨਹੀਂ ਦਿੱਤਾ। ਤਾਂ ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਤਰੀਕ ਨੂੰ MLA ਦੇ ਦਫ਼ਤਰ ਮੂਹਰੇ ਧਰਨੇ ਦਿੱਤੇ ਜਾ ਰਹੇ ਆ, ਜਿਹਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਜਿਹੜਾ ਹੈਗਾ ਇਹ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਹੈਗਾ MLA ਦਫ਼ਤਰ ਮੂਹਰੇ ਧਰਨਾ ਦਿੱਤਾ ਜਾਊਗਾ। ਉਹਨੂੰ ਮੰਗ ਪੱਤਰ ਦਿੱਤਾ ਜਾਊਗਾ ਕਿ ਦਵਾਈਆਂ ਦਾ ਪ੍ਰਬੰਧ ਕਰੇ ਜਲਦ ਤੋਂ ਜਲਦ। ਸਰਕਾਰ ਬਹੁਤ ਲੇਟ ਆ ਇਹਦੇ ਵਿੱਚ। ਦੂਜਾ, ਜਿੰਨਾ ਨੁਕਸਾਨ ਹੋ ਗਿਆ ਪਸ਼ੂਆਂ ਦਾ, ਲੱਖ ਰੁਪਇਆ ਮੁਆਵਜ਼ਾ ਹਰ ਪਸ਼ੂ ਤੇ ਦਿੱਤਾ ਜਾਵੇ। 20,000 ਰੁਪਇਆ ਜੋ ਪਸ਼ੂ ਦੀ ਦਵਾਈ ਤੇ ਖਰਚਾ ਆ ਉਹ ਦਿੱਤਾ ਜਾਵੇ ਤੇ ਪਿੰਡਾਂ ਦੇ ਵਿੱਚ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਜੇ ਨਹੀਂ ਸਰਕਾਰ ਕਰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਦੋਂ ਵੀ ਵੱਡੇ ਪ੍ਰੋਗਰਾਮ ਕੀਤੇ ਜਾਣਗੇ। ਸਰਕਾਰ ਇਹ ਤੇ ਬਿਲਕੁਲ ਚੁੱਪ ਰਹੀ ਆ। ਤਾਂ ਨੁਕਸਾਨ ਬਹੁਤ ਜ਼ਿਆਦਾ, ਜਿਹਦੇ ਵਿੱਚ ਮਜ਼ਦੂਰਾਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ। ਕਈਆਂ ਦਾ ਗੁਜ਼ਾਰਾ ਹੀ ਉਹਦੇ ਤੇ ਸੀ, ਦੁੱਧ ਤੇ, ਉਹ ਇੱਕ ਪਸ਼ੂ ਤੇ ਹੀ ਨਿਰਭਰ ਸੀਗਾ ਸਾਰਾ, ਪਰ ਉਹ ਨੁਕਸਾਨ ਇੰਨਾ ਹੋ ਗਿਆ ਕਿ ਉਹ ਜਿਹੜਾ ਆਰਥਿਕ ਮਦਵਾੜਾ ਛਾਇਆ ਪਿਆ ਕਈ ਪਰਿਵਾਰਾਂ ਦੇ ਵਿੱਚ, ਤੇ ਦੁੱਧ ਦੀ ਇੰਨੀ ਜ਼ਿਆਦਾ ਕਮੀ ਆ ਚੁੱਕੀ ਆ। ਪਰ ਮਠਿਆਈਆਂ ਉੱਦਾਂ ਹੀ ਬਣ ਰਹੀਆਂ, ਉੱਦਾਂ ਹੀ ਤਿਆਰ ਹੋ ਰਹੀਆਂ। ਉਹ ਨਕਲੀ ਦੁੱਧ ਕਿੱਥੋਂ ਆ ਰਿਹਾ ਹੈ? ਅਸੀਂ ਇਹ ਵੀ ਸਰਕਾਰ ਤੋਂ ਸਵਾਲ ਕਰਨਾ ਚਾਹੁੰਦੇ ਆ। ਤਾਂ ਇਹ ਸਾਰੇ ਨੁਕਸਾਨ ਦਾ ਜਿਹੜਾ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ। ਉਹਨਾਂ ਚਿਰ ਜਿਹੜਾ ਇਹ ਸਾਡਾ ਸੰਘਰਸ਼ ਜਾਰੀ ਰਹੂਗਾ। 5 ਤਰੀਕ ਨੂੰ ਅਸੀਂ MLA ਬਾਘਾ ਪੁਰਾਣਾ ਜੋ ਅਮਰਤਪਾਲ ਆ ਉਹਦੇ ਦਫ਼ਤਰ ਮੂਹਰੇ ਧਰਨਾ ਦੇਵਾਂਗੇ। ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਸਰਵਨ ਸਿੰਘ ਲੰਡੇ ਆ। ਸਰਵਨ ਸਿੰਘ ਜੀ, ਜੋ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵਰਕ ਕਰ ਰਹੇ ਹੋ, ਫਾਰਮ ਭਰ ਰਹੇ ਹੋ ਪਸ਼ੂਆਂ ਦੀ ਬਾਬਤ, ਉਹ ਫਾਰਮਾਂ ਦਾ ਕੀ ਉਦੇਸ਼ ਹੈ, ਕਿਉਂ ਭਰ ਰਹੇ ਹੋ, ਕੀ ਇਸ ਦਾ ਕੋਈ ਸਿੱਟਾ ਨਿਕਲੂਗਾ ਜੀ? ਜਿਸ ਤਰ੍ਹਾਂ ਸਾਥੀ ਜੀ ਨੇ ਪਹਿਲਾਂ ਵੀ ਦੱਸਿਆ ਕਿ ਜਿਹੜੀ ਇਹ ਲੰਪੀ ਸਕਿਨ ਦੀ ਬਿਮਾਰੀ ਹੈ, ਇਹ ਪੂਰੇ ਪੰਜਾਬ ਦੇ ਵਿੱਚ ਵੀ ਤੇ ਹੋਰ ਗੁਆਂਢੀ ਸੂਬਿਆਂ ਦੇ ਵਿੱਚ ਵੀ ਜਿਹੜੀ ਬਹੁਤ ਵੱਡੇ ਪ੍ਰਕੋਪ ਦੇ ਨਾਲ ਇਹ ਜਿਹੜੀ ਹੈ ਇਹ ਅੱਗੇ ਵਧੀ ਹੈ, ਤੇ ਜਿਹਨੇ ਡੇਅਰੀ ਫਾਰਮ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ, ਜਿਹਦੇ ਵਿੱਚ ਗਾਈਆਂ ਦਾ ਤਕਰੀਬਨ 80% ਜਿਹੜਾ ਕਾਰੋਬਾਰ ਸੀ ਦੁੱਧ ਦਾ, ਉਹ ਤਕਰੀਬਨ ਖਤਮ ਹੋ ਗਿਆ। ਜੇਕਰ ਨਵਾਂ ਕਿਸੇ ਨੇ ਰੁਜ਼ਗਾਰ ਚਲਾਉਣਾ, ਉਸ ਦੇ ਉੱਪਰ 5 ਲੱਖ ਰੁਪਈਆ ਨਵਾਂ ਕੰਮ ਚਲਾਉਣ ਵਾਸਤੇ ਵੀ ਸਰਕਾਰ ਉਸ ਨੂੰ ਦੇਵੇ। ਕਿਸਾਨ ਮਜ਼ਦੂਰ ਨੂੰ ਜਿਹਦਾ ਨੁਕਸਾਨ ਹੋਇਆ, ਇੱਕ ਜੇ ਪਸ਼ੂ ਨੇ ਚਲਾਉਣਾ ਤਾਂ ਘੱਟੋ ਘੱਟ 50-60 ਹਜ਼ਾਰ ਰੁਪਏ ਦੀ ਗਾਂ ਆਉਂਦੀ ਆ, 5 ਲੱਖ ਰੁਪਈਆ ਉਹਨੂੰ ਦੇਣਾ ਚਾਹੀਦਾ। ਤੇ ਨਾਲ ਲੱਗਵਾ ਜਿਹੜਾ ਆਪਾਂ ਨੂੰ ਗਊ ਸੈਸ ਲੱਗਦਾ ਵੀ ਪਿੱਛੇ ਬੀਮੇ ਹੋਏ ਆ ਜਾਂ ਨਹੀਂ ਹੋਏ, ਬੀਮਿਆਂ ਦੇ ਵਿੱਚ ਕਈ ਵਾਰ ਘਪਲੇ ਵੀ ਹੁੰਦੇ ਆ ਜਾਂ ਕਈ ਕਿਸਾਨ ਕਰਵਾਉਂਦੇ ਵੀ ਨਹੀਂ। ਜੇ ਸਰਕਾਰ ਬੀਮਾ ਕਰੇ ਉਹਦਾ, ਜਿਹੜਾ ਆਪਾਂ ਗਊ ਸੈਸ ਭਰਦੇ ਆ, ਭਾਵੇਂ ਉਹ ਮੀਟਰ ਦੇ ਬਿੱਲਾਂ 'ਚ ਭਰਦੇ ਆ ਜਾਂ ਆਪਾਂ ਨੂੰ ਹੋਰ ਵੀ ਕਿਤੇ ਲੱਗਦਾ, ਤਾਂ ਇਹਨਾਂ ਮੰਗਾਂ ਨੂੰ ਲੈ ਕੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ 5 ਤਰੀਕ ਨੂੰ ਆਪਾਂ ਬਾਘੇ ਪੁਰਾਣੇ ਹਲਕਾ ਵਿਧਾਇਕ ਜਿਹੜਾ ਨਾਜ ਮੰਡੀ ਆ ਬੱਸ ਅੱਡੇ ਦੇ ਪਿੱਛੇ ਨਹਿਰੂ ਨਾਜ ਮੰਡੀ ਆ, ਉਹਦੇ ਵਿੱਚ ਆਪਾਂ ਵੀ 3 ਘੰਟੇ ਦਾ ਲਾਉਣਾ ਧਰਨਾ, ਤੇ ਨਾਲ ਲੱਗਮਾ ਜਿਹੜੇ ਆਪਣੇ ਫਾਰਮਾਂ ਨੂੰ ਉਹ ਦਿੱਤੇ ਜਾਣਗੇ, ਤੇ ਜਿਹੜਾ ਮੰਗ ਪੱਤਰ ਆ ਉਹ ਦੇਵਾਂਗੇ। ਉਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਪ੍ਰਬੰਧ ਕਰ ਸਕਦੇ ਹਾਂ, ਆਪਣੇ ਹਿਸਾਬ ਦੇ ਨਾਲ ਆਪਾਂ ਦੱਸੀਏ ਸਾਰੇ ਕਿੱਥੋਂ ਕਿੱਥੋਂ ਕਿੰਨੀ ਗਿਣਤੀ ਹੋ ਸਕਦੀ ਹੈ, ਕਿੰਨੇ ਪਿੰਡਾਂ ਦੇ ਵਿੱਚ ਆਪਾਂ ਅੱਜ ਤੱਕ ਗਏ ਆ, ਤੇ ਨਾਲ ਲੱਗਮਾ ਇਹ ਵੀ ਉੱਥੇ ਉਹਨਾਂ ਨੂੰ ਜਮ੍ਹਾਂ ਕਰਾਵਾਂਗੇ ਤਾਂ ਕਿ ਉਹ ਸਰਕਾਰ ਤੱਕ ਸਾਡੀ ਇਹ ਮੰਗ ਨੂੰ ਪਹੁੰਚਾ ਸਕਣ ਤੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਕਿਸੇ ਹੱਦ ਤੱਕ ਪੂਰਤੀ ਹੋ ਸਕੇ। ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਦੇ ਆਗੂ ਜਗਵਿੰਦਰ ਕੌਰ ਰਾਜਨ ਹੈ। ਜਗਵਿੰਦਰ ਕੌਰ ਜੀ, ਜੋ ਤੁਸੀਂ ਵੀ ਵੱਡੇ ਪੱਧਰ ਤੇ ਔਰਤਾਂ ਨੂੰ ਨਾਲ ਲੈ ਕੇ ਫਾਰਮ ਭਰੇ ਆ, ਪਿੰਡਾਂ ਦੇ ਵਿੱਚ ਵੀ ਫਾਰਮ ਭਰੇ ਆ, ਸ਼ਹਿਰਾਂ ਵਿੱਚ ਵੀ ਭਰੇ ਆ, ਤੇ ਇਸ ਦਾ ਜੋ ਪਸ਼ੂਆਂ ਦਾ ਨੁਕਸਾਨ ਹੋਇਆ ਉਸ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ, ਤੇ ਕੀ ਤੁਹਾਡਾ ਜੋ ਫਾਰਮ ਭਰੇ ਸੀਗੇ ਉਸ ਦੇ ਬਾਰੇ ਕੀ ਉਦੇਸ਼ ਹੈ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਕੰਮ ਅਸੀਂ ਆਪਦੇ ਲੈਵਲ ਤੇ ਕਰ ਰਹੇ ਆ, ਉਹ ਕੰਮ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ। ਕੱਲ ਜੋ ਸਰਕਾਰਾਂ ਸੱਤਾ ਵਿੱਚ ਆਈਆਂ ਸੀ, ਉਹਨਾਂ ਦਾ ਕਹਿਣਾ ਸੀ ਕਿ ਜੋ ਹਰਾ ਪੈਨ ਉਹ ਹਰ ਇੱਕ ਵਰਗ ਵਾਸਤੇ ਚੱਲੇਗਾ, ਔਰ ਜੋ ਹਰੇ ਪੈਨ ਵਾਲੀਆਂ ਸਰਕਾਰਾਂ ਅੱਜ ਏਸੀ ਵਾਲੇ ਕਮਰੇ 'ਚ ਬੈਠੀਆਂ ਫਰਮਾਨ ਜਾਰੀ ਕਰਦੀਆਂ ਪਈਆਂ ਵਾ ਕਿ ਜੋ ਪਸ਼ੂ ਆ ਉਹਨਾਂ ਦੇ ਪੋਸਟਮਾਰਟਮ ਹੋਣੇ ਚਾਹੀਦੇ ਆ। ਤਾਂ ਉਸ ਚੀਜ਼ ਜਿਹੜੀ ਆ ਸਰਕਾਰਾਂ ਦੇ ਮੰਨਣ ਯੋਗ ਨਹੀਂ, ਕਿਉਂਕਿ ਸਰਕਾਰੀ ਹਸਪਤਾਲ ਜਿਹੜੇ ਆ ਜਾਂ ਡਿਸਪੈਂਸਰੀਆਂ ਉਹ ਬਿਲਕੁਲ ਖਾਲੀ ਪਈਆਂ ਵਾ, ਡਾਕਟਰ ਪੂਰੇ ਨਹੀਂ ਆ ਰਹੇਗੇ। ਇਹ ਕਿਸ ਮੁੱਦੇ ਤੇ ਇਹ ਰਿਪੋਰਟਾਂ ਤਿਆਰ ਕਰਨ ਨੂੰ ਕਹਿ ਰਹੇ ਆ
ਇਹ ਜਿਹੜੀਆਂ ਇਹਨਾਂ ਨੇ ਫਰਮਾਨ ਜਾਰੀ ਕੀਤੇ ਉਹ ਰੱਦ ਕੀਤੇ ਜਾਣ ਔਰ ਜੋ ਪਸ਼ੂ ਜਿਨ੍ਹਾਂ ਦੇ ਪੀੜਤ ਆ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਨ੍ਹਾਂ ਦੇ ਇਲਾਜ ਤੇ ਖਰਚਾ ਆਇਆ ਉਸ ਦਾ ਵੀ ਇਹ ਸਰਕਾਰ ਨੂੰ ਜਿਹੜਾ ਢੁਕਵਾਂ ਉਹ ਮੁਆਵਜ਼ਾ ਦੇਣਾ ਬਣਦਾ ਵਾ ਔਰ ਜੋ ਕਿਸਾਨ ਜਾਂ ਮਜ਼ਦੂਰ ਸੀ ਦੁੱਧ ਤੇ ਆਪਦਾ ਪਸ਼ੂ ਪਾਲਣ ਦੇ ਤੋਰਦਾ ਸੀ ਅੱਜ ਉਹ ਬਿਲਕੁਲ ਉਹਦਾ ਜਿਹੜਾ ਧੰਦਾ ਉਹ ਬਿਲਕੁਲ ਠੱਪ ਹੋ ਕੇ ਰਹਿ ਗਿਆ ਔਰ ਜੋ ਸਰਕਾਰ ਆ ਭਗਵੰਤ ਮਾਨ ਆਪ ਦੀ ਸਰਕਾਰ ਸੀ ਕਹਿ ਰਹੀ ਸੀ ਕਿ ਮੈਂ ਕਿਸਾਨਾਂ ਜਾਂ ਮਜ਼ਦੂਰਾਂ ਦੇ ਹਮਾਇਤੀ ਆ ਅੱਜ ਜੋ ਸਰਕਾਰ ਆ ਜਿਹੜੀ ਬਿਲਕੁਲ ਚੁੱਪ ਕਰਕੇ ਬੈਠੀ ਆ ਉਸ ਨੂੰ ਇਸ ਤੇ ਸਖਤ ਐਕਸ਼ਨ ਲੈਣ ਦੀ ਲੋੜ ਹੈ ਕਿਉਂਕਿ ਜੋ ਕਿਸਾਨੀ ਆ ਉਹ ਵੀ ਅੱਜ ਡੁੱਬਦੀ ਜਾ ਰਹੀ ਹੈ ਔਰ ਮਜ਼ਦੂਰੀ ਵੀ ਜਿਹੜੀ ਵੱਡੇ ਪੱਧਰ ਤੇ ਡੁੱਬਦੀ ਜਾ ਰਹੀ ਹੈ ਉਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਜਾ ਰਿਹਾ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਉਸ ਦੀ ਜਿਹੜੀ ਭਰਪਾਈ ਉਹ ਸਰਕਾਰ ਕਰੇ ਅਦਰਵਾਈਜ਼ ਨਹੀਂ ਤਾਂ ਇਹ ਜਿਹੜਾ ਐਕਸ਼ਨ ਆ ਇਸ ਤੋਂ ਵੱਡਾ ਵੀ ਸਾਨੂੰ ਉਲੀਕਣ ਵਾਸਤੇ ਸਰਕਾਰ ਮਜਬੂਰ ਨਾ ਕਰ ਦੇ। बीजेपी से लेकर कांग्रेस जैसी नेशनल पार्टी की सरकारें कई दशकों से देश में शासन कर रही हैं, मगर आज भी हमारा देश बहुत पीछे है। न आम जनता को सुविधाएं मिल रही हैं और न युवा वर्ग को रोजगार। और तो और हमारे देश में महंगाई भी लगातार बढ़ती जा रही है और अब हालात ये हैं कि आम जनता की कोई सुनने वाला ही नहीं है। मगर पंजाब जनसत्ता पार्टी आई है एक नई सोच और नए विकास के साथ, जहां राष्ट्रीय अध्यक्ष गुरुसेवक सिंह मल्लाह के मार्गदर्शन में पार्टी मिशन 2024 के साथ आगे बढ़ रही है, जिनका मिशन है गरीबों को राहत देना, क्राइम रेट कम करना, बेरोजगार युवा को रोजगार देना, पेट्रोल, डीजल, गैस और इलेक्ट्रिसिटी की प्राइस को कम करना और महंगाई मुक्त नए भारत का निर्माण करना। आइए और पंजाब जनसत्ता पार्टी के मिशन 2024 से जुड़िए। अधिक जानकारी के लिए हमें इस नंबर पर कॉल या व्हाट्सएप करें